ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਹਾਜ਼ਰ ਹਾਂ ਜੀ ਪੰਜਾਬੀ ਦੀ ਸੈਕਿੰਡ ਕਲਾਸ ਲੈ ਕੇ, ਜਿਸ ਦੇ ਵਿੱਚ ਕਿ ਆਪਾਂ ਗੁਰਮਤਿ ਕਾਵਿ ਦਾ ਪਾਰਟ 2 ਕਰਨ ਵਾਲੇ ਹਾਂ। ਪਹਿਲਾਂ ਅਗਰ ਤੁਸੀਂ ਪਿਛਲਾ ਪਾਰਟ ਨਹੀਂ ਦੇਖਿਆ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਪਿਛਲਾ ਪਾਰਟ ਜ਼ਰੂਰ ਦੇਖਿਓ, ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਵਿੱਚ ਆਪਾਂ ਨੇ ਗੁਰਮਤਿ ਕਾਵਿ ਬਾਰੇ ਪੜ੍ਹਿਆ ਸੀ ਕਿ ਗੁਰਮਤਿ ਕਾਵਿ ਕੀ ਹੁੰਦਾ ਹੈ, ਕੀ ਦੇ ਸਿਧਾਂਤ ਨੇ, ਕਦੋਂ ਇਹ ਸ਼ੁਰੂ ਹੋਇਆ। ਠੀਕ ਹੈ, ਨਾਲ ਦੀ ਨਾਲ ਆਪਾਂ ਨੇ ਕਵਰ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ। ਠੀਕ ਹੈ, ਕਿ ਉਹਨਾਂ ਦਾ ਜੀਵਨ ਕਿੱਦਾਂ ਦਾ ਰਿਹਾ, ਕਿਹੜੀਆਂ ਉਹਨਾਂ ਦੀ ਰਚਨਾਵਾਂ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਪਾਰਟ 2 ਕਰਨ ਵਾਲੇ ਹਾਂ, ਉਸ ਦੇ ਵਿੱਚ ਆਪਾਂ ਅਗਲੇ ਗੁਰੂਆਂ ਬਾਰੇ ਪੜਾਂਗੇ, ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਵੈਰੀ ਇੰਪੋਰਟੈਂਟ ਹੈ। ਦੇਖੋ 4 ਤੋਂ 5 ਕੁਐਸਚਨ ਗੁਰਮਤਿ ਕਾਵਿ ਦੇ ਵਿੱਚੋਂ ਜ਼ਰੂਰ ਬਣਨਗੇ। ਰਚਨਾਵਾਂ ਪੁੱਛੀਆਂ ਜਾ ਸਕਦੀਆਂ ਨੇ, ਠੀਕ ਹੈ, ਸ਼ਲੋਕ ਪੁੱਛੇ ਜਾ ਸਕਦੇ ਨੇ ਕਿ ਕਿਸ ਦੀ ਰਚਨਾ ਹੈ। ਤਾਂ ਇਸ ਕਰਕੇ ਜ਼ਰੂਰ ਜਿਹੜੇ ਤੁਸੀਂ ਨਾਲ ਦੀ ਨਾਲ ਨੋਟਸ ਆਪਣੇ ਬਣਾਉਂਦੇ ਰਹੋ। ਤੋਂ ਪਹਿਲਾਂ ਦੇਖੋ ਜੀ, ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਨੇ ਉਹ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਠੀਕ ਹੈ, ਉਹਨਾਂ ਦਾ ਜਨਮ ਜਿਹੜਾ 14 ਅਮਰਦਾਸ ਜੀ ਦਾ ਜਿਹੜਾ ਜਨਮ ਹੈ 1479 ਈਸਵੀ ਨੂੰ ਹੋਇਆ ਸੀ, ਪਿੰਡ ਬਾਸਰਕੇ ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ। ਠੀਕ ਹੈ, ਉਹਨਾਂ ਦੇ ਪਿਤਾ ਜੀ ਦਾ ਨਾਮ ਹੈਗਾ ਸੀ ਜੀ ਤੇਜਭਾਨ ਅਤੇ ਮਾਤਾ ਜੀ ਦਾ ਨਾਮ ਹੈਗਾ ਸੀ ਜੀ ਲੱਖੋ। ਠੀਕ ਹੈ, ਉਹਨਾਂ ਦੇ ਘਰ ਜਿਹੜਾ ਇਹ ਭੱਲਾ ਘਰਾਣੇ ਵਿੱਚ ਹੋਇਆ। ਕਿਹੜੇ ਘਰਾਣੇ ਵਿੱਚ ਹੋਇਆ? ਭੱਲਾ ਘਰਾਣੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ। ਠੀਕ ਹੈ ਜੀ, ਉਹਨਾਂ ਗੱਲ ਕਰੀਏ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੰਤਾਨ ਬਾਰੇ ਤਾਂ ਉਹਨਾਂ ਕੋਲ ਦੇਖੋ 2 ਪੁੱਤਰ ਸਨ ਤੇ 2 ਪੁੱਤਰੀਆਂ ਸਨ। ਪੁੱਤਰ ਦਾ ਨਾਮ ਹੈਗਾ ਸੀ ਜੀ ਮੋਹਨ ਅਤੇ ਮੋਰੀ ਤੇ ਪੁੱਤਰੀਆਂ ਦਾ ਨਾਮ ਹੈਗਾ ਸੀ ਜੀ ਬੀਬੀ ਦਾਨੀ ਅਤੇ ਬੀਬੀ ਭਾਨੀ। ਠੀਕ ਹੈ, ਯਾਦ ਰੱਖਿਓ ਕੁਐਸਚਨ ਆ ਸਕਦਾ ਕਿ ਬੀਬੀ ਦਾਨੀ ਕਿਹੜੇ ਗੁਰੂ ਜੀ ਦੀ ਜਿਹੜੀ ਆ ਪੁੱਤਰੀ ਸੀ, ਤਾਂ ਉਹ ਹੈਗੀ ਸੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ। ਠੀਕ ਹੈ, ਯਾਦ ਰੱਖਿਓ। ਇਹ ਜੀ ਨੇ ਉਹ ਵੱਡੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸੀ। ਠੀਕ ਹੈ, ਉਹਨਾਂ ਨੇ ਬਹੁਤ ਜ਼ਿਆਦਾ ਅਥਾਹ ਸੇਵਾ ਭਾਵਨਾ ਦੇ ਨਾਲ ਉਹਨਾਂ ਦੀ ਜਿਹੜੀ ਹੈ ਸੇਵਾ ਕੀਤੀ ਸੀ। 73 ਸਾਲਾਂ ਦੀ ਉਮਰ ਦੇ ਵਿੱਚ, ਕਦੋਂ ਜੀ? 73 ਸਾਲਾਂ ਦੀ ਉਮਰ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ। ਠੀਕ ਹੈ, ਯਾਨੀ ਕਿ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਸੀ। ਕਦੋਂ ਸੌਂਪੀ ਗਈ ਸੀ? ਜਦੋਂ ਉਹ 73 ਸਾਲਾਂ ਦੇ ਸਨ। ਠੀਕ ਹੈ, ਜੇ ਆਪਾਂ ਦੇਖੀਏ ਤਾਂ ਪੂਰੇ ਗੁਰੂ ਪੀਰੀਅਡ ਦੇ ਵਿੱਚ ਸਭ ਤੋਂ ਜ਼ਿਆਦਾ ਉਮਰ ਦੇ ਜਿਹੜੇ ਗੁਰੂ ਜੀ ਹੈਗੇ ਸੀਗੇ ਤਾਂ ਉਹ ਹੈਗੇ ਸੀ ਜੀ ਗੁਰੂ ਅਮਰਦਾਸ ਜੀ। ਠੀਕ ਹੈ, ਉਹਨਾਂ ਨੂੰ 1552 ਈਸਵੀ ਨੂੰ ਗੁਰਗੱਦੀ ਪ੍ਰਾਪਤ ਹੋਈ ਸੀ, ਜਦੋਂ ਉਹ 73 ਸਾਲ ਦੇ ਸਨ। ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਅਨੇਕਾਂ ਕੰਮ ਕੀਤੇ, ਜਿਵੇਂ ਕਿ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ। ਕੁਐਸਚਨ ਆ ਸਕਦਾ ਹੈ ਕਿ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਕਿਹਨਾਂ ਨੇ ਕੀਤਾ, ਤਾਂ ਉਹ ਕੀਤਾ ਸੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ। ਠੀਕ ਹੈ, ਲੰਗਰ ਪ੍ਰਥਾ ਦਾ ਵਿਸਥਾਰ ਵੀ ਉਹਨਾਂ ਦੁਆਰਾ ਕੀਤਾ ਗਿਆ ਸੀ। ਆਪ ਜੀ ਨੇ ਜਾਤੀ ਪ੍ਰਥਾ, ਛੂਤ ਛਾਤ, ਪਰਦੇ ਦਾ ਰਿਵਾਜ, ਸਤੀ ਪ੍ਰਥਾ ਜਿਹੀ ਕੁਰੀਤੀਆਂ ਜਿਹੜੀਆਂ ਬਹੁਤ ਜ਼ਿਆਦਾ ਉਸ ਸਮੇਂ ਫੈਲੀਆਂ ਹੋਈਆਂ ਸਨ, ਉਹਨਾਂ ਦਾ ਜਿਹੜਾ ਇਹ ਖੰਡਨ ਕੀਤਾ, ਜਾਂ ਕਹਿ ਲਓ ਕਿ ਉਹਨਾਂ ਦੇ ਵਿੱਚ ਸੁਧਾਰ ਕੀਤਾ। ਠੀਕ ਹੈ ਜੀ, ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਜੀ ਦੀ ਬਾਣੀ ਜਿਹੜੀ ਹੈ 17 ਰਾਗਾਂ ਦੇ ਵਿੱਚ ਦਰਜ ਹੈ। ਠੀਕ ਹੈ, ਕਿੰਨੇ ਰਾਗਾਂ ਦੇ ਵਿੱਚ ਹੈ? 17 ਰਾਗਾਂ ਦੇ ਵਿੱਚ। ਯਾਦ ਰੱਖਿਓ, ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਸਪੈਸ਼ਲੀ ਦੱਸਦੀ ਹੁੰਦੀ ਹਾਂ ਕਿ ਜਿਹੜੇ ਮੇਨ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਕਾਪੀ ਤੇ ਨੋਟ ਕਰ ਲਿਆ ਕਰੋ। ਠੀਕ ਹੈ, ਐਟ ਦੀ ਐਂਡ ਤੁਹਾਨੂੰ ਰਿਵੀਜ਼ਨ ਟਾਈਮ ਬਹੁਤ ਜ਼ਿਆਦਾ ਹੈਲਪ ਕਰਨਗੇ। ਤਾਂ ਕੁਐਸਚਨ ਆ ਸਕਦਾ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ, ਤਾਂ ਉਹ ਹੈਗੇ ਜੀ 17 ਰਾਗਾਂ ਦੇ ਵਿੱਚ ਦਰਜ। ਕਲੀਅਰ? ਉਹਨਾਂ ਦੇ ਰਾਗ ਨੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਠੀਕ ਹੈ, ਜਿਨ੍ਹਾਂ ਵਿੱਚੋਂ 17 ਰਾਗਾਂ ਦੇ ਵਿੱਚ ਜਿਹੜੇ ਨੇ ਗੁਰੂ ਅਮਰਦਾਸ ਜੀ ਨੇ ਆਪਣੀ ਜਿਹੜੀ ਹੈ ਰਚਨਾ ਕੀਤੀ ਹੈ। ਠੀਕ ਹੈ, ਆਪਣੀ ਬਾਣੀ ਹੈ ਗੁਰੂ ਜੀ ਨੇ ਉਹ ਸਾਰੀ ਦੀ ਸਾਰੀ ਬਾਣੀ ਬਿਰਧ ਅਵਸਥਾ ਯਾਨੀ ਕਿ 72 ਸਾਲ ਤੋਂ ਲੈ ਕੇ 94 ਸਾਲ ਦੀ ਉਮਰ ਦੇ ਵਿਚਕਾਰ ਉਹਨਾਂ ਨੇ ਜਿਹੜੀ ਹੈ ਬਾਣੀ ਰਚੀ ਸੀ ਆਪਣੀ। ਠੀਕ ਹੈ, ਉਹਨਾਂ ਦੀ ਜਿਹੜੀ ਰਚਨਾ ਹੈ ਵਿਸਮਾਦ ਅਤੇ ਆਨੰਦ ਦਾ ਮਹਾਸਾਗਰ ਹੈ। ਕਾਹਦਾ ਹੈ ਜੀ? ਵਿਸਮਾਦ ਅਤੇ ਆਨੰਦ ਦਾ ਮਹਾਸਾਗਰ ਹੈ। ਜੇਕਰ ਕੁਐਸਚਨ ਆ ਜਾਵੇ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਪ੍ਰਮੁੱਖ ਰਚਨਾ ਕਿਹੜੀ ਹੈ, ਜੋ ਸਭ ਤੋਂ ਜ਼ਿਆਦਾ ਪ੍ਰਸਿੱਧ ਰਚਨਾ ਕਿਹੜੀ ਹੈ, ਤਾਂ ਉਹ ਹੈਗੇ ਜੀ ਆਨੰਦ ਸਾਹਿਬ। ਠੀਕ ਹੈ, ਆਨੰਦ ਸਾਹਿਬ ਨੂੰ ਕਦੋਂ ਜਿਹੜਾ ਇਹ ਆਨੰਦ ਸਾਹਿਬ ਦੀ ਜਿਹੜੀ ਬਾਣੀ ਆ ਉਹ ਕਦੋਂ ਪੜ੍ਹੀ ਜਾਂਦੀ ਹੈ? ਖੁਸ਼ੀ ਮੌਕੇ ਵੀ ਪੜ੍ਹੀ ਜਾਂਦੀ ਹੈ ਤੇ ਗਮ ਦੇ ਮੌਕੇ ਵੀ ਪੜ੍ਹੀ ਜਾਂਦੀ ਹੈ। ਠੀਕ ਹੈ ਜੀ, ਜਿਸ ਤਾਂ ਇਹ ਜਿਹੜੀ ਬਾਣੀ ਹੈ ਉਹ ਸੁੱਖ ਦੁੱਖ ਦੋਨਾਂ ਦੇ ਵਿੱਚ ਜਿਹੜੀ ਹੈ, ਦੋਨਾਂ ਦੇ ਸਮੇਂ ਜਿਹੜੀ ਹੈ ਉਹ ਪੜ੍ਹੀ ਜਾਂਦੀ ਹੈ। ਠੀਕ ਹੈ, ਗੁਰੂ ਜੀ ਨੇ ਸਤੀ ਦੀ ਰਸਮ ਅਤੇ ਛੂਤ ਛਾਤ ਵਰਗੀਆਂ ਬੁਰਾਈਆਂ ਦਾ ਖੰਡਨ ਕੀਤਾ। ਠੀਕ ਹੈ, ਉਹਨਾਂ ਦੀ ਜਿਹੜੀ ਬੋਲੀ ਸੀ, ਉਹਨਾਂ ਦੀ ਜਿਹੜੀ ਭਾਸ਼ਾ, ਉਹਨਾਂ ਦੀ ਬੋਲੀ ਜਿਹੜੀ ਹੈ ਸਾਦਾ ਸੀ, ਬਿਲਕੁਲ ਲੋਕ ਪੱਧਰ ਦੀ ਭਾਸ਼ਾ ਹੈ। ਠੀਕ ਹੈ, ਉਹਨਾਂ ਦੇ ਜਿੰਨੇ ਵੀ ਸ਼ਬਦ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਮਨੁੱਖ ਨੂੰ ਉਹਨਾਂ ਨੇ ਘਮੰਡ ਨਾ ਕਰਨ ਦੇ ਲਈ, ਪਰਮਾਤਮਾ ਦੀ ਸ਼ਰਨ ਲੈਣ ਦੇ ਲਈ, ਠੀਕ ਹੈ, ਸਤੀ ਪ੍ਰਥਾ ਬਾਰੇ, ਪਰਮਾਤਮਾ ਦਾ ਨਾਮ ਸਿਮਰਨ ਕਰਨ ਬਾਰੇ, ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਜਿਹੜੀਆਂ ਨੇ ਉਹ ਦਰਸਾਈਆਂ ਨੇ। ਠੀਕ ਹੈ ਜੀ, ਦੇਖ ਸਕਦੇ ਹੋ ਕਿ ਉਹਨਾਂ ਦੀ ਬਾਣੀ ਦਾ ਜਿਹੜਾ ਵਿਸ਼ਾ ਸੀ ਉਹ ਸੇਵਾ ਭਾਵਨਾ ਹੋ ਗਈ। ਠੀਕ ਹੈ, ਜਿਹੜੇ ਫਾਲਤੂ ਦੇ ਕਰਮਕਾਂਡ ਸੀਗੇ, ਛੂਤ ਛਾਤ ਹੋ ਗਈ, ਉਹਨਾਂ ਦਾ ਖੰਡਨ ਕੀਤਾ। ਤੇ 1574 ਈਸਵੀ ਨੂੰ ਉਹ ਜਿਹੜੇ ਨੇ ਜੋਤੀ ਜੋਤ ਸਮਾ ਗਏ ਸਨ। ਕਿੱਥੇ, ਕਿਹੜੀ ਜਗ੍ਹਾ ਤੇ? ਗੋਇੰਦਵਾਲ ਵਿਖੇ। ਠੀਕ ਹੈ, ਗੋਇੰਦਵਾਲ ਵਿਖੇ ਸਨ 1574 ਨੂੰ ਜਿਹੜੇ ਨੇ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਸਨ। ਅੱਗੇ 1-2 ਪੁਆਇੰਟ ਹੋਰ ਨੋਟ ਕਰੋ ਕਿ ਜਦੋਂ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਦੇ ਵਿੱਚ ਗੁਰੂ ਅਮਰਦਾਸ ਜੀ ਆਏ ਸਨ, ਤਾਂ ਉਹਨਾਂ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਗੁਰੂ ਅਮਰਦਾਸ ਜੀ ਨੇ ਉਹ ਵੈਸ਼ਨੂ ਮੱਤ ਦੇ ਅਨੁਯਾਈ ਸਨ। ਕਾਹਦੇ ਸਨ? ਵੈਸ਼ਨੂ ਮੱਤ ਦੇ। ਠੀਕ ਹੈ, ਇੱਥੇ ਤੁਸੀਂ ਨੋਟ ਕਰ ਸਕਦੇ ਹੋ, ਵੈਸ਼ਨੋ ਮੱਤ ਦੇ ਜਿਹੜੇ ਨੇ ਉਹ ਅਨੁਯਾਈ ਸਨ। ਇਹ ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਾ ਦੇਵਾਂਗੀ। ਠੀਕ ਹੈ, ਉੱਥੇ ਵੀ ਜਾ ਕੇ ਤੁਸੀਂ ਚੈੱਕਆਊਟ ਕਰ ਸਕਦੇ ਹੋ। ਤਾਂ ਉਹ ਵੈਸ਼ਨੋ ਮੱਤ ਦੇ ਜਿਹੜੇ ਨੇ ਅਨੁਯਾਈ ਸਨ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਦੇ ਵਿੱਚ ਆਉਣ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ। ਗੁਰੂ ਅਮਰਦਾਸ ਜੀ ਨੇ ਇੱਕ ਹੋਰ ਬਹੁਤ ਇੰਪੋਰਟੈਂਟ ਜਿਹੜਾ ਕੰਮ ਕੀਤਾ ਸੀ। ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਉਹਨਾਂ ਨੇ ਦੇਖੋ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਜਿਹੜਾ ਹੈ ਆਪਣੇ ਪੋਤੇ, ਉਹਨਾਂ ਦੇ ਪੋਤੇ ਦਾ ਨਾਮ ਹੈਗਾ ਸੀ ਸਹੰਸਰ।
ਠੀਕ ਹੈ ਸਹੰਸਰ ਰਾਮ, ਤਾਂ ਆਪਣੇ ਪੋਤੇ ਸਹੰਸਰ ਰਾਮ ਦੇ ਕੋਲੋਂ ਲਿਖਾ ਕੇ ਜਿਹੜਾ ਨਾ ਉਹਨਾਂ ਨੇ ਇੱਕ ਜਗ੍ਹਾ ਇਕੱਠੀ ਕਰਵਾਈ ਸੀ। ਠੀਕ ਹੈ, ਯਾਨੀ ਕਿ ਦੇਖੋ ਉਹਨਾਂ ਨੇ ਕਾਹਦਾ ਕੰਮ ਕੀਤਾ, ਉਹਨਾਂ ਨੇ ਗੁਰੂਆਂ ਦੀ ਬਾਣੀ ਸਾਂਭਣ ਦਾ ਵੀ ਕੰਮ ਕੀਤਾ ਸੀ। ਠੀਕ ਹੈ, ਗੁਰਮਤਿ ਦੇ ਪ੍ਰਚਾਰ ਤੇ ਆਪਣੇ ਤੋਂ ਗੁਰਮਤਿ ਦੇ ਪ੍ਰਚਾਰ ਤੋਂ ਪਹਿਲਾਂ ਤੇ ਆਪਣੀ ਬਾਣੀ ਰਚਣ ਤੋਂ ਪਹਿਲਾਂ ਉਹਨਾਂ ਨੇ ਪਹਿਲੇ 2 ਗੁਰੂਆਂ ਦੀ ਬਾਣੀ ਜਿਹੜੀ ਹੈ ਸਾਂਭੀ ਹੈ। ਠੀਕ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਤੇ ਕੁਝ ਹੋਰ ਭਗਤਾਂ ਦੀ ਬਾਣੀ ਨੂੰ ਜਿਹੜਾ ਆਪਣੇ ਪੋਤੇ ਸਹੰਸਰ ਰਾਮ ਦੇ ਕੋਲੋਂ ਲਿਖਵਾ ਕੇ ਇੱਕ ਜਗ੍ਹਾ ਜਿਹੜਾ ਇਕੱਤਰ ਵੀ ਕੀਤਾ ਸੀ। ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਗੁਰੂ ਅਮਰਦਾਸ ਜੀ ਨੇ ਜਿਹੜੀ ਆ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਕਿਹੜੇ ਰੂਪ ਦੇ ਵਿੱਚ ਆਪਣੀ ਰਚਨਾ ਕੀਤੀ ਹੈ, ਤਾਂ ਦੇਖੋ ਉਹਨਾਂ ਨੇ ਅਸ਼ਟਪਦੀਆਂ ਵੀ ਲਿਖੀਆਂ ਨੇ। ਠੀਕ ਹੈ, ਉਹ ਮੈਂ ਤੁਹਾਨੂੰ ਅੱਗੇ ਵੀ ਦੱਸਾਂਗੀ। ਠੀਕ ਹੈ, ਅਸ਼ਟਪਦੀਆਂ ਵੀ ਉਹਨਾਂ ਦੁਆਰਾ ਰਚੀਆਂ ਗਈਆਂ ਨੇ, ਸੋਹਿਲੇ ਵੀ ਲਿਖੇ ਗਏ ਨੇ ਉਹਨਾਂ ਵੱਲੋਂ। ਸੋਹਿਲੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਛੰਦ, ਠੀਕ ਹੈ ਹੋ ਗਿਆ, ਛੰਦ ਹੋ ਗਿਆ, ਠੀਕ ਹੈ ਵਾਰਾਂ ਹੋ ਗਿਆ, ਇਹਨਾਂ ਸਾਰੇ ਕਾਵਿ ਰੂਪਾਂ ਦੇ ਵਿੱਚ ਉਹਨਾਂ ਨੇ ਰਚਨਾ ਕੀਤੀ ਹੈ। ਠੀਕ ਹੈ, ਇਹ ਪੁਆਇੰਟ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ। ਗੁਰੂ ਆ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਆਨੰਦ ਸਾਹਿਬ ਬਹੁਤ ਹੀ ਜ਼ਿਆਦਾ ਉਹਨਾਂ ਦੀ ਪ੍ਰਸਿੱਧ ਰਚਨਾ ਹੈ, ਤਾਂ ਉਹ ਕਿਹੜੇ ਰਾਗ ਦੇ ਵਿੱਚ ਲਿਖੀ ਗਈ ਹੈ, ਤਾਂ ਉਹ ਰਾਗ ਰਾਮਕਲੀ ਦੇ ਵਿੱਚ ਲਿਖੀ ਹੈ। ਠੀਕ ਹੈ, ਆਨੰਦ ਸਾਹਿਬ ਦਾ ਪਾਠ ਸੁਣਿਆ ਤਾਂ ਉਸ ਤੋਂ ਪਹਿਲਾਂ ਬੋਲਿਆ ਜਾਂਦਾ ਹੈ ਰਾਗ ਰਾਮਕਲੀ। ਠੀਕ ਹੈ, ਤਾਂ ਉਹਨਾਂ ਨੇ ਕਿਹੜੇ ਰਾਗ ਦੇ ਵਿੱਚ ਲਿਖਿਆ, ਤਾਂ ਉਹ ਲਿਖਿਆ ਜੀ ਰਾਮਕਲੀ ਰਾਗ ਦੇ ਵਿੱਚ। ਇਹ ਯਾਦ ਰੱਖਿਓ, ਵੈਰੀ ਇੰਪੋਰਟੈਂਟ ਹੈ। ਇਸ ਬਾਣੀ ਨੂੰ ਜਿਹੜਾ ਇਹ ਹਰੇਕ ਸਿੱਖ ਪਰਿਵਾਰਾਂ ਦੇ ਵਿੱਚ ਹਰ ਖੁਸ਼ੀ ਗਮੀ ਦੇ ਮੌਕੇ 'ਤੇ ਇਸ ਨੂੰ ਜਿਹੜਾ ਉਚਾਰਿਆ ਜਾਂਦਾ ਹੈ, ਇਹ ਯਾਦ ਰੱਖਿਓ। ਠੀਕ ਹੈ ਜੀ, ਉਸ ਤੋਂ ਬਾਅਦ ਅਗਰ ਕੁਐਸਚਨ ਆ ਜਾਏ ਕਿ ਮੰਜੀ ਪ੍ਰਥਾ ਕਿਸ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ, ਤਾਂ ਉਹ ਵੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ। ਠੀਕ ਹੈ, ਗੁਰਮਤਿ ਨੂੰ ਸੰਸਥਾ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਿੱਖਾਂ ਨੂੰ ਉਹਨਾਂ ਨੇ ਜਥੇਬੰਦ ਕਰਕੇ 22 ਇਲਾਕੇ ਬਣਾਏ ਸਨ। ਕਿੰਨੇ ਬਣਾਏ ਸਨ? 22 ਇਲਾਕੇ। ਹਰੇਕ ਇਲਾਕੇ ਨੂੰ ਇੱਕ ਮੰਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਦੇ ਨਾਲ ਜਿਹੜੀ ਆ ਮੰਜੀ ਪ੍ਰਥਾ ਸ਼ੁਰੂ ਹੋ ਗਈ ਸੀ। ਠੀਕ ਹੈ, ਉਹਨਾਂ ਨੇ ਕਈ ਹਿੰਦੂ ਕੁਰੀਤੀਆਂ ਜਿਵੇਂ ਕਿ ਮੂਰਤੀ ਪੂਜਾ ਹੋ ਗਈ, ਸਤੀ ਪ੍ਰਥਾ ਹੋ ਗਈ, ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਕੀਤਾ ਸੀ। ਉਹਨਾਂ ਨੇ ਬਹੁਤ ਜ਼ਿਆਦਾ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਉਹ ਕੀਤਾ ਸੀ। ਦੇਖੋ, ਸ਼੍ਰੀ ਗੁਰੂ ਅਮਰਦਾਸ ਜੀ ਦੇ ਦੁਆਰਾ ਜਿਹੜੀ ਆਪਣੀ ਬੁੱਕਸ ਦੇ ਵਿੱਚ ਰਚਨਾਵਾਂ ਦਿੱਤੀਆਂ ਗਈਆਂ ਨੇ, ਯਾਨੀ ਕਿ ਸਲੋਕ ਜਾਂ ਸ਼ਬਦ ਦਿੱਤੇ ਗਏ ਨੇ, ਉਹਨਾਂ ਨੂੰ ਇੱਕ ਜਗ੍ਹਾ ਆਪਾਂ ਨੇ ਜਿਹੜਾ ਨੋਟ ਡਾਊਨ ਕਰ ਲਿਆ ਹੈ। ਠੀਕ ਹੈ, ਜਿਸ ਦੇ ਵਿੱਚੋਂ ਸਭ ਤੋਂ ਪਹਿਲਾਂ ਹੈਗੇ ਜੀ ਹਮ ਭੀਖਕ ਭਿਖਾਰੀ ਤੇਰੇ। ਕੁਐਸਚਨ ਆ ਸਕਦੇ ਕਿ ਹਮ ਭੀਖਕ ਭਿਖਾਰੀ ਤੇਰੇ ਰਚਨਾ ਕਿਹੜੇ ਗੁਰੂ ਕਵੀ ਦੀ ਹੈ ਜਾਂ ਕਿਹੜੇ ਗੁਰੂ ਜੀ ਦੇ ਦੁਆਰਾ ਰਚੀ ਗਈ ਹੈ। ਠੀਕ ਹੈ, ਕੁਐਸਚਨ ਆ ਸਕਦਾ ਕਿ ਹਮ ਭੀਖਕ ਭਿਖਾਰੀ ਤੇਰੇ ਜਿਹੜੀ ਰਚਨਾ ਹੈ ਉਹ ਕਿਹੜੇ ਗੁਰੂ ਜੀ ਦੁਆਰਾ ਰਚੀ ਗਈ ਹੈ, ਤਾਂ ਉਹ ਹੈਗੇ ਨੇ ਸ਼੍ਰੀ ਗੁਰੂ ਅਮਰਦਾਸ ਜੀ। ਇਸੇ ਤਰ੍ਹਾਂ ਦੇਖੋ, ਆਨੰਦ ਸੁਣੋ ਵਡਭਾਗਿਓ ਹੋ ਗਿਆ, ਸਤਿਆ ਇਹ ਨਾ ਆਖਿਅਨ, ਜਾਤ ਕਾ ਗਰਬ ਨਾ ਕਰਿਓ ਕੋਏ, ਹਮ ਆਇਆ ਮੋਹਿ ਖਵਾਇਆ, ਮੇਰੀ ਪਟਿਆ ਲਿਖੋ, ਆਨੰਦ ਭਇਆ ਮੇਰੀ ਮਾਏ, ਇਹ ਸਰੀਰਾ ਮੇਰਿਆ, ਕਿਰਪਾ ਕਰਕੇ ਬਖਸ਼ ਲੈ ਹੋ। ਇਹ ਜਿਹੜੀਆਂ ਰਚਨਾਵਾਂ ਨੇ, ਇਹ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਨੇ। ਇਹਨਾਂ ਨੂੰ ਜ਼ਰੂਰ ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਜਿਹੜੀ 66-35 ਦਾ ਸੈਕਿੰਡ ਪੇਪਰ ਦੇਖਿਆ ਹੋਏਗਾ, ਤਾਂ ਇਸ ਦੇ ਵਿੱਚੋਂ 2 ਕੁਐਸਚਨ ਜਿਹੜੇ ਨੇ ਬਣੇ ਹੋਏ ਸੀ। ਠੀਕ ਹੈ, ਪ੍ਰੀਵੀਅਸ ਈਅਰ ਕੁਐਸਚਨ ਪੇਪਰ, ਤਾਂ ਇਹ ਜ਼ਰੂਰ ਬਣਨਗੇ। ਰਚਨਾਵਾਂ ਜ਼ਰੂਰ ਪੁੱਛੀਆਂ ਜਾਣਗੀਆਂ, ਚਾਹੇ ਕਿਸੇ ਗੁਰੂ ਜੀ ਦੀਆਂ ਪੁੱਛੀਆਂ ਜਾਣ, ਤਾਂ ਇਸ ਕਰਕੇ ਤੁਸੀਂ ਜ਼ਰੂਰ ਕਾਪੀ 'ਤੇ ਨੋਟ ਡਾਊਨ ਕਰ ਲੈਣਾ। ਠੀਕ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 17 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਰਚੀ ਹੈ। ਕਿਹੜੇ ਰੂਪ ਦੇ ਵਿੱਚ ਲਿਖੀ ਹੈ, ਤਾਂ ਦੇਖੋ ਉਹਨਾਂ ਨੇ ਚੌਪਦੀਆਂ ਵਿੱਚ ਵੀ ਲਿਖੀ ਹੈ, ਅਸ਼ਟਪਦੀਆਂ ਵਿੱਚ ਵੀ, ਸੋਹਿਲੇ, ਛੰਦ, ਅਲਾਉਣੀਆਂ ਹੋ ਗਈ। ਠੀਕ ਹੈ, ਪੱਟੀ, ਆਨੰਦ ਸਾਹਿਬ ਅਤੇ ਵਾਰਾਂ ਦੇ ਰੂਪ ਵਿੱਚ ਵੀ ਜਿਹੜੀ ਉਹਨਾਂ ਨੇ ਆਪਣੀ ਰਚਨਾ ਹੈ ਉਹ ਸ਼ਾਮਿਲ ਕੀਤੀ ਹੈ। ਠੀਕ ਹੈ, ਜਿਹੜੀਆਂ ਇਹ ਰਚਨਾਵਾਂ ਨੇ, ਠੀਕ ਹੈ, ਇਹ ਪੂਰੀ ਦੀ ਪੂਰੀ ਰਚਨਾਵਾਂ ਮੈਂ ਤੁਹਾਨੂੰ PDF ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ। ਠੀਕ ਹੈ ਜੀ, ਕਿਉਂਕਿ ਦੇਖੋ ਉਹਨਾਂ ਨੇ ਕਿਉਂ ਕਰਵਾ ਰਹੀਆਂ, ਜਿਵੇਂ ਮੰਨ ਲਓ ਤੁਹਾਡੇ ਕੋਲ ਇਹ ਲਾਈਨ, ਜਿਵੇਂ ਤੁਹਾਨੂੰ ਦੇਖੋ ਇਹ ਵਾਲੀ ਰਚਨਾ ਦੇਤੀ, ਸਤਿਆ ਇਹ ਨਾ ਆਖਿਅਨ, ਹੈ ਨਾ। ਇਸ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਜੀ ਦੇ ਦੁਆਰਾ ਸਤਿਆ ਕਿਸ ਨੂੰ ਕਿਹਾ ਗਿਆ ਹੈ, ਤਾਂ ਉਸ ਦੇ ਵਿੱਚ ਜਿਹੜਾ PDF ਹੈ ਉਸ ਦੇ ਵਿੱਚ ਤੁਹਾਨੂੰ ਪੂਰੀ ਰਚਨਾ ਦੇ ਨਾਲ ਜਿਹੜੇ ਨੇ ਅਰਥ ਵੀ ਮੈਂਸ਼ਨ ਕੀਤੇ ਨੇ। ਠੀਕ ਹੈ, ਇਸ ਕਰਕੇ ਤੁਸੀਂ ਨਾਲ ਜਿਹੜੇ ਨੇ ਅਰਥ ਵੀ ਪੜ੍ਹ ਲੈਣਾ, ਅਰਥ ਵੀ ਪੁੱਛੇ ਜਾ ਸਕਦੇ ਨੇ। ਠੀਕ ਹੈ ਜੀ, ਉਸ ਤੋਂ ਰਚਨਾਵਾਂ ਨੇ, ਇਹ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਨੇ। ਠੀਕ ਹੈ, ਇਹਨਾਂ ਨੂੰ ਜ਼ਰੂਰ ਯਾਦ ਕਰ ਲੈਣਾ। ਉਸ ਪੜ੍ਹਦੇ ਹਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਅਰਜਨ ਦੇਵ ਜੀ ਜਿਹੜੇ ਸਨ ਉਹ ਸਿੱਖਾਂ ਦੇ 5ਵੇਂ ਗੁਰੂ ਹੋਏ ਹਨ। ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਸੀ। ਠੀਕ ਹੈ, ਅਤੇ ਮਾਤਾ ਜੀ ਦਾ ਨਾਮ ਮਾਤਾ ਭਾਨੀ ਸੀ, ਇਹ ਯਾਦ ਰੱਖਣਾ। ਠੀਕ ਹੈ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਗੇ, ਉਹਨਾਂ ਦਾ ਜਿਹੜਾ ਜਨਮ ਹੈ ਉਹ ਹੋਇਆ ਸੀ ਜੀ ਸਨ 1563 ਈਸਵੀ ਨੂੰ। ਇੱਥੇ ਤੁਸੀਂ ਦੇਖ ਸਕਦੇ ਹੋ 1563 ਈਸਵੀ ਨੂੰ ਉਹਨਾਂ ਦਾ ਜਿਹੜਾ ਜਨਮ ਹੈ ਉਹ ਹੋਇਆ ਸੀ। ਉਹਨਾਂ ਦਾ ਸੁਭਾਅ ਜਿਹੜਾ ਨਿਮਰਤਾ ਭਰਿਆ ਸੀ, ਮਿਠਾਸ ਭਰਿਆ ਅਤੇ ਸੇਵਾ ਭਾਵ ਨਾਲ ਭਰਪੂਰ ਸੀ। ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਆਪ ਨੂੰ ਗੁਰਗੱਦੀ ਦਿੱਤੀ। ਠੀਕ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਜਿਹੜੀ ਆ ਉਹਨਾਂ ਦੇ ਪਿਤਾ ਜੀ ਨੇ ਦਿੱਤੀ ਸੀ, ਗੁਰੂ ਰਾਮਦਾਸ ਜੀ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਇਹ ਵੈਰੀ ਇੰਪੋਰਟੈਂਟ ਹੈ, ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਗੁਰੂ ਜੀ ਦੇ ਦੁਆਰਾ ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਹੈ ਉਹ ਰੱਖੀ ਗਈ ਸੀ, ਤਾਂ ਉਹ ਰੱਖੀ ਗਈ ਸੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ। ਠੀਕ ਹੈ, ਸਨ 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਵੱਲੋਂ ਕੀਤੀ ਗਈ ਸੀ। ਵੈਰੀ ਇੰਪੋਰਟੈਂਟ, ਕਦੋਂ ਕੀਤੀ ਗਈ ਸੀ? 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਿਹੜੀ ਆ ਉਹ ਕੀਤੀ ਗਈ ਸੀ। ਠੀਕ ਹੈ ਜੀ, ਗੁਰੂ ਦਾ ਇੱਕ ਪੁਆਇੰਟ ਹੋਰ ਹੈ ਇੱਥੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਸ ਦੇ ਵਿੱਚ ਇੱਕ ਹੋਰ ਪੁਆਇੰਟ ਨੋਟ ਕਰੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਕਾਰ ਦੇ ਪੱਖੋਂ, ਯਾਨੀ ਕਿ ਸਭ ਤੋਂ ਜ਼ਿਆਦਾ ਜੇਕਰ ਆਕਾਰ ਦੇ ਪੱਖੋਂ ਰਚਨਾ ਦੀ ਗੱਲ ਕਰੀਏ ਤਾਂ ਉਹ ਜਿਹੜੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਚੀ ਹੈ। ਠੀਕ ਹੈ, ਉਹਨਾਂ ਦੀ ਰਚਨਾ ਸਭ ਗੁਰੂ ਸਾਹਿਬਾਨ ਨਾਲੋਂ ਸਭ ਤੋਂ ਵੱਧ ਹੈ, ਇਹ ਯਾਦ ਰੱਖਣਾ। ਉਹਨਾਂ ਦੀ ਜਿਹੜੀ ਪ੍ਰਤੀਨਿਧੀ ਜਾਂ ਪ੍ਰਸਿੱਧ ਜਾਂ ਪ੍ਰਮੁੱਖ ਰਚਨਾ ਹੈ ਉਹ ਹੈਗੀ ਹੈ ਜੀ ਸੁਖਮਨੀ ਸਾਹਿਬ।
ठीक है। ਕਿਹੜੀ ਰਚਨਾ ਹੈ ਜੀ? ਸੁਖਮਨੀ ਸਾਹਿਬ ਬਹੁਤ ਹੀ ਜ਼ਿਆਦਾ ਪ੍ਰਸਿੱਧ ਕਹਿ ਲਓ ਜਾਂ ਬਹੁਤ ਹੀ ਜ਼ਿਆਦਾ ਐਂ ਕਹਿ ਲਓ ਵੀ ਜਿਸ ਨੂੰ ਆਪਾਂ ਐਂ ਕਹਿ ਸਕਦੇ ਹਾਂ ਪ੍ਰਮੁੱਖ ਰਚਨਾ, ਤਾਂ ਉਹ ਹੈਗੇ ਜੀ ਸੁਖਮਨੀ ਸਾਹਿਬ। ਹਰਿਮੰਦਰ ਸਾਹਿਬ ਦੀ ਜਦੋਂ ਉਹਨਾਂ ਨੇ ਨੀਂਹ ਰਖਵਾਈ ਸੀ ਤਾਂ ਉਹ ਰਖਵਾਈ ਸੀ ਜੀ ਇੱਕ ਮੁਸਲਮਾਨ ਫਕੀਰ ਦੁਆਰਾ, ਜਿਸ ਦਾ ਨਾਮ ਸੀ ਜੀ ਸਾਈਂ ਮੀਆਂ ਮੀਰ। ਠੀਕ ਹੈ, ਸਾਈਂ ਮੀਆਂ ਮੀਰ। ਸਿੱਖ ਗੁਰੂਆਂ ਤੋਂ ਇਲਾਵਾ ਵੀ ਜਿਹੜੇ ਨੇ ਬਹੁਤ ਸਾਰੇ ਭਗਤ ਹੋਏ ਨੇ ਜਿਨ੍ਹਾਂ ਦੀ ਰਚਨਾਵਾਂ ਜਿਹੜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਤਾਂ ਉਹਨਾਂ ਸਾਰਿਆਂ ਦੀ ਬਾਣੀ ਨੂੰ ਇਕੱਠਾ ਕਰਨ ਦਾ ਕੰਮ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜਿਹੜਾ ਹੈ ਉਹ ਕੀਤਾ ਗਿਆ ਸੀ। ਠੀਕ ਹੈ ਜੀ। ਉਹਨਾਂ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈਗੀ ਹੈ ਜੀ ਸੁਖਮਨੀ। ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਐਂ ਕਹਿ ਲਓ ਵੀ ਯੋਗਦਾਨ ਪਾਇਆ ਸੀ। ਠੀਕ ਹੈ। ਕੁਐਸਚਨ ਵੀ ਆ ਜਾਵੇ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ, ਤਾਂ ਉਹਨਾਂ ਦਾ ਹੋਇਆ ਸੀ ਜੀ ਪਿੰਡ ਗੋਇੰਦਵਾਲ ਵਿਖੇ। ਠੀਕ ਹੈ, ਪਿੰਡ ਗੋਇੰਦਵਾਲ ਵਿਖੇ ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ, ਉੱਥੇ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ। ਉਹ ਜਿਹੜੇ ਨੇ ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਨੇ ਗੁਰੂ ਰਾਮਦਾਸ ਜੀ ਦੇ ਤੀਜੇ ਪੁੱਤਰ ਸਨ, ਸਭ ਤੋਂ ਵੱਡੇ ਨਹੀਂ ਸੀ, ਤੀਜੇ ਪੁੱਤਰ ਸਨ। ਫਿਰ ਵੀ ਜਿਹੜਾ ਉਹਨਾਂ ਨੇ ਗੁਰਗੱਦੀ ਉਹਨਾਂ ਨੂੰ ਸੌਂਪੀ ਸੀ ਕਿਉਂਕਿ ਉਹਨਾਂ ਨੂੰ ਉਹ ਜਿਹੜੇ ਨੇ ਯੋਗ ਲੱਗੇ ਸਨ। ਸਭ ਤੋਂ ਛੋਟੇ ਪੁੱਤਰ ਕਹਿ ਸਕਦੇ ਹੋ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ। ਠੀਕ ਹੈ। ਉਹਨਾਂ ਦੇ ਦੋ ਵੱਡੇ ਭਰਾ ਵੀ ਸੀ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹੈਗਾ ਸੀ ਜੀ ਪ੍ਰਿਥੀ ਚੰਦ, ਦੂਜੇ ਦਾ ਨਾਮ ਹੈਗਾ ਸੀ ਜੀ ਮਹਾਦੇਵ। ਜਿਹੜਾ ਪ੍ਰਿਥੀ ਚੰਦ ਸੀ ਉਹ ਬਹੁਤ ਜ਼ਿਆਦਾ ਈਰਖਾਲੂ ਅਤੇ ਹੰਕਾਰੀ ਸੁਭਾਅ ਦਾ ਸੀ। ਠੀਕ ਹੈ। ਅਤੇ ਜਿਹੜਾ ਦੂਜਾ ਸੀ ਮਹਾਦੇਵ, ਉਹ ਬਿਲਕੁਲ ਤਿਆਗੀ ਪੁਰਸ਼ ਸੀ, ਮਤਲਬ ਜਿਹਨੇ ਸਾਰਾ ਕੁਛ ਤਿਆਗ ਦਿੱਤਾ ਹੋਵੇ। ਤਾਂ ਇਸ ਕਰਕੇ ਗੁਰੂ ਰਾਮਦਾਸ ਜੀ ਨੂੰ ਲੱਗਿਆ ਕਿ ਜਿਹੜਾ ਗੁਰਗੱਦੀ ਦਾ ਸਹੀ ਵਾਰਿਸ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਹੀ ਹਨ। ਠੀਕ ਹੈ ਜੀ। ਇਸ ਕਰਕੇ ਸਨ 1581 ਨੂੰ, ਸਤੰਬਰ 1581 ਨੂੰ ਜਿਹੜੀ ਆ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਇਹ ਯਾਦ ਕਰਕੇ ਜਿਹੜਾ ਆਪਣੇ ਪੁਆਇੰਟ, ਇਹ ਜ਼ਰੂਰ ਪੁਆਇੰਟ ਆਪਣਾ ਕਾਪੀ 'ਤੇ ਨੋਟ ਕਰ ਲੈਣਾ। ਠੀਕ ਹੈ ਜੀ। 1581 ਨੂੰ ਜਿਹੜੀ ਆ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਹੈ ਅਤੇ ਉਸ ਤੋਂ ਬਾਅਦ 1588 ਨੂੰ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਜਿਹੜੀ ਹੈ ਉਹ ਨੀਂਹ ਰੱਖੀ ਸੀ। ਠੀਕ ਹੈ। ਇਸ ਤੋਂ ਇਲਾਵਾ ਦੇਖੋ ਉਹਨਾਂ ਨੇ ਨਗਰ ਵੀ ਵਸਾਏ ਸਨ। ਕਿਹੜੇ ਨਗਰ? ਉਹਨਾਂ ਨੇ ਤਰਨ ਤਾਰਨ ਹੋ ਗਿਆ, ਠੀਕ ਹੈ, ਪਲੱਸ ਕਰਤਾਰਪੁਰ ਨਗਰ। ਇਹ ਜਿਹੜੇ ਨਗਰ ਨੇ ਦੋਨੋਂ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜਿਹੜੇ ਨੇ ਵਸਾਏ ਗਏ ਸਨ ਬਾਅਦ 'ਚ। ਠੀਕ ਹੈ। ਨੀਂਹ ਰੱਖਣ ਤੋਂ ਇਲਾਵਾ ਉਹਨਾਂ ਨੇ ਦੋ ਨਗਰ ਵੀ ਵਸਾਏ ਸਨ। ਠੀਕ ਹੈ ਜੀ। ਸਿੱਖੀ ਦੇ ਵੱਧਦੇ ਹੋਏ ਪ੍ਰਭਾਵ ਦੇ ਕਾਰਨ ਜਿਹੜੇ ਉਸ ਸਮੇਂ ਦੀ ਮੁਗਲ ਹਕੂਮਤ ਹੈ ਉਹਨਾਂ ਨੇ ਗੁਰੂ ਘਰ ਦੇ ਨਾਲ ਜਿਹੜੀ ਹੈ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ। ਠੀਕ ਹੈ। ਹੁਣ ਸੀ ਮੁਗਲ ਬਾਦਸ਼ਾਹ ਉਸ ਸਮੇਂ ਹੈਗਾ ਸੀ ਜੀ ਜਹਾਂਗੀਰ। ਉਸਨੇ ਆਪਣੇ ਬਾਗੀ ਪੁੱਤਰ ਜਿਹੜਾ ਖੁਸਰੋ ਸੀ, ਉਸਦੇ ਬਾਗੀ ਪੁੱਤਰ ਦਾ ਨਾਮ, ਉਸਨੂੰ ਜਿਹੜਾ ਪਨਾਹ ਦੇਣ ਦੀ, ਉਸਨੂੰ ਜਗ੍ਹਾ ਦੇਣ ਦੀ ਦੋਸ਼ ਦੇ ਵਿੱਚ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 30 ਮਈ 1606 ਈਸਵੀ ਨੂੰ ਉਹਨਾਂ ਨੂੰ ਜਿਹੜਾ ਲਾਹੌਰ ਵਿਖੇ ਰਾਵੀ ਨਦੀ ਦੇ ਕਿਨਾਰੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਯਾਦ ਰੱਖਿਓ ਕਿਸਨੇ ਗ੍ਰਿਫਤਾਰ ਕੀਤਾ ਸੀ? ਮੁਗਲ ਬਾਦਸ਼ਾਹ ਜੰਗੀਰ ਨੇ। ਠੀਕ ਹੈ। ਕਦੋਂ ਸ਼ਹੀਦ ਕੀਤਾ ਸੀ? ਤਾਂ 30 ਮਈ 1606 ਈਸਵੀ ਨੂੰ। ਕਿਹੜੀ ਜਗ੍ਹਾ 'ਤੇ? ਲਾਹੌਰ। ਇਹ ਯਾਦ ਰੱਖਣਾ। ਠੀਕ ਹੈ। ਲਾਹੌਰ ਵਿਖੇ ਰਾਵੀ ਨਦੀ ਦੇ ਕਿਨਾਰੇ, ਲਾਹੌਰ ਵਿਖੇ ਰਾਵੀ ਨਦੀ ਦੇ ਕਿਨਾਰੇ ਉਹਨਾਂ ਨੂੰ ਤਸੀਹੇ ਦੇ ਕੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਹੋਰ ਯਾਦ ਰੱਖਿਓ ਕਿ ਗੁਰੂ ਅਰਜਨ ਦੇਵ ਜੀ ਹੀ ਗੁਰੂ ਘਰ ਦੇ ਪਹਿਲੇ ਸ਼ਹੀਦ ਸਨ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਮੁਗਲ ਸਲਤਨਤ ਦੇ ਜ਼ੁਲਮਾਂ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹੋ ਗਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੂੰ ਜਿਹੜਾ ਹਥਿਆਰਬੰਦ ਹੋਣਾ ਪਿਆ ਸੀ। ਠੀਕ ਹੈ। ਮੁਗਲ ਸਾਮਰਾਜ ਦੀ ਟੱਕਰ ਲੈਣ ਦੇ ਲਈ। ਅਤੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹ ਪਹਿਲੇ ਸ਼ਹੀਦ ਸਨ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਇਸ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਬਾਰੇ, ਤਾਂ ਉਹਨਾਂ ਦੀ ਰਚਨਾ ਦੇਖੋ ਆਕਾਰ ਅਤੇ ਗੁਣ ਦੋਹਾਂ ਪੱਖੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਉਹਨਾਂ ਨੇ 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਬਾਣੀ ਰਚੀ ਸੀ। ਕਿੰਨੇ ਰਾਗਾਂ ਦੇ ਵਿੱਚ? 30 ਰਾਗਾਂ ਦੇ ਵਿੱਚ। ਵੈਰੀ ਇੰਪੋਰਟੈਂਟ। ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਸੀ? ਤਾਂ ਉਹ ਰਚੀ ਸੀ ਜੀ 30 ਰਾਗਾਂ ਦੇ ਵਿੱਚ। ਠੀਕ ਹੈ। ਇਹ ਜਿਹੜੀ ਬਾਣੀ ਆਪਾਂ ਗੱਲ ਕਰੀਏ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਰੂਪ ਦੇ ਵਿੱਚ ਜਿਹੜੀ ਆਪਣੀ ਬਾਣੀਆਂ ਉਹ ਰਚੀ ਸੀ, ਤਾਂ ਦੇਖੋ ਉਹਨਾਂ ਨੇ ਚੌਪਦੇ ਹੋ ਗਏ, ਅਸ਼ਟਪਦੀਆਂ ਹੋ ਗਈਆਂ, ਠੀਕ ਹੈ, ਪਹਿਰੇ ਹੋ ਗਏ, ਛੰਦ ਦੀ ਜੇਕਰ ਗੱਲ ਕਰੀਏ, ਸੋਲੇ ਦੀ ਗੱਲ ਕਰੀਏ। ਠੀਕ ਹੈ। ਇਸ ਤੋਂ ਇਲਾਵਾ ਦੇਖੋ 52 ਅੱਖਰੀ, ਇਹ ਵੀ ਨੋਟ ਕਰ ਲੈਣਾ। 52 ਅੱਖਰੀ ਹੋ ਗਿਆ। ਠੀਕ ਹੈ। ਵਾਰਾਂ ਹੋ ਗਈਆਂ, ਸਲੋਕ ਹੋ ਗਏ, ਇਹਨਾਂ ਦੇ ਰੂਪਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਆਪਣੀ ਬਾਣੀ ਰਚੀ ਸੀ। ਘੋੜੀਆਂ, ਅਠਵਾਰਾਂ, ਲਾਵਾਂ, ਵਣਜਾਰਾ, ਇਹ ਸਾਰੀਆਂ ਜਿਹੜੀਆਂ ਰੂਪ ਨੇ, ਇਹ ਇਹਨਾਂ ਰੂਪਾਂ ਦੇ ਵਿੱਚ ਜਿਹੜੀ ਹੈ, ਇਹਨਾਂ ਸਾਰੇ ਰੂਪਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਜਿਹੜੀ ਹੈ ਉਹ ਬਾਣੀ ਰਚੀ ਸੀ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੁਖਮਨੀ ਸਾਹਿਬ, ਇਹਨਾਂ ਵਿੱਚੋਂ ਸੁਖਮਨੀ ਸਾਹਿਬ ਜਿਹੜੀ ਹੈ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਕਿਉਂਕਿ ਇਹਨਾਂ ਸਾਰੇ ਰੂਪਾਂ ਦੇ ਵਿੱਚ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ। ਉਸ ਤੋਂ ਇਲਾਵਾ ਜਿਹੜੇ ਉੱਪਰ ਰਚਨਾਵਾਂ ਲੋਕ ਤੇ ਸ਼ਬਦ ਦਿੱਤੇ ਗਏ ਨੇ, ਉਸ ਤੋਂ ਬਾਅਦ ਜਿਹੜੇ ਉੱਪਰ ਸ਼ਬਦ ਦਿੱਤੇ ਗਏ ਨੇ, ਠੀਕ ਹੈ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਠੀਕ ਹੈ, ਇਹ ਸਾਰੇ ਸ਼ਬਦ ਜਿਹੜੇ ਨੇ ਇਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹਨ। ਇਹਨੂੰ ਕੱਲੇ ਨੂੰ ਜ਼ਰੂਰ ਯਾਦ ਕਰ ਲੈਣਾ, ਜਿਵੇਂ ਕਿ ਮਿੱਠ ਬੋਲੜਾ ਜੀ ਹਰ ਸੱਜਣ ਰਚਨਾ ਕਿਸ ਦੀ ਹੈ, ਜਾਂ ਫਿਰ ਕਿਰਤ ਕਰਮ ਕੇ ਵਿਛੜੇ ਰਚਨਾ ਕਿਸ ਦੀ ਹੈ। ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਠੀਕ ਹੈ। ਜਾਂ ਫਿਰ ਸਿਰਫ ਗੁਰੂ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਚਾਰ ਰਚਨਾ ਵਿੱਚੋਂ ਕਿਹੜੀ ਰਚਨਾ ਇਹਨਾਂ ਗੁਰੂ ਦੇ ਦੁਆਰਾ ਲਿਖੀ ਗਈ ਹੈ। ਤਾਂ ਇਸ ਕਰਕੇ ਤੁਸੀਂ ਇਸ ਨੂੰ ਜ਼ਰੂਰ ਯਾਦ ਕਰ ਲੈਣਾ। ਠੀਕ ਹੈ। ਇਹ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਆ ਹੋਰ ਸੰਤਾਂ ਭਗਤਾਂ ਦੀ ਬਾਣੀ ਨੂੰ ਜਿਹੜਾ ਆਦਿ ਗ੍ਰੰਥ ਦੇ ਵਿੱਚ ਸੰਕਲਿਤ ਕੀਤਾ ਸੀ। ਦੇਵ ਜੀ ਨੇ ਜਿਹੜਾ ਆਦਿ ਗ੍ਰੰਥ ਦਾ ਕੰਮ ਪੂਰਾ ਕਰਵਾਇਆ ਸੀ। ਠੀਕ ਹੈ। ਤਾਂ ਉਹਨਾਂ ਨੇ ਜਿਹੜਾ ਇਹ ਕਿਹਨਾਂ ਤੋਂ ਲਿਖਵਾਇਆ ਸੀ, ਤਾਂ ਉਹ ਲਿਖਵਾਇਆ ਸੀ ਜੀ ਭਾਈ ਗੁਰਦਾਸ ਜੀ ਤੋਂ। ਇਹ ਯਾਦ ਰੱਖਿਓ। ਠੀਕ ਹੈ। ਕਹਿੰਦੇ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਰਚਨਾ ਕਿਹਨਾਂ ਦੁਆਰਾ ਕਰਵਾਈ ਸੀ ਜਾਂ ਕਿਹਨਾਂ ਦੁਆਰਾ ਲਿਖਵਾਇਆ ਸੀ, ਤਾਂ ਉਹ ਲਿਖਵਾਇਆ ਸੀ ਜੀ ਭਾਈ ਗੁਰਦਾਸ ਜੀ ਤੋਂ।
ठीक है जी। उस तो बाद जे आपां गल करिए तां ये काम कदों पूरा होया सी? ये काम पूरा होया सी जी 1604 ईस्वी नूं। ते उस तो बाद जिहड़ा हरमंदर साहिब दी नींह रखी। हरमंदर साहिब दा पहला थापी या पहला ग्रंथी कौन सी? तां ओह हैगे सी जी बाबा बुड्ढा जी। ठीक है, कौन सी जी? बाबा बुड्ढा जी। ये भी जिहड़ा तुसीं कॉपी ते नोट कर लेना। बाद दे विच श्री गुरु गोबिंद सिंह जी ने जिहड़ा आदि ग्रंथ नूं ही गुरु मन्नण दी जिहड़ी हदायत करती सी। देखो जे आपां गुरु अर्जन देव जी दी बाणी दी गल करिए तां उन्हां दा जिहड़ा विशा है ओह गुरमत दे सिद्धांतां ते टिकिया होया सी। ठीक है, उन्हां दी जिहड़ी बाणी आ उपदेशात्मक होण दे नाल नाल व्याख्यात्मक भी सी। ठीक है जी, उपदेशात्मक दे नाल नाल व्याख्यात्मक भी सी। तां ही देखो उन्हां दी बाणी जिहड़ी है सब तो वध है, या कह लो भी आकार पक्षों जेकर आपां गल करिए तां श्री गुरु अर्जन देव जी दी जिहड़ी रचना तां ही वध है क्योंकि उन्हां दी जिहड़ी बाणी है ओह उपदेशात्मक होण दे नाल नाल व्याख्यात्मक भी सी। ठीक है, लंबियां रचनावां दे विचों जेकर गल करिए तां 12 माह हो गया, माझ हो गया, सुखमनी हो गया। ठीक है, 52 अखरी हो गया। ये श्री गुरु अर्जन देव जी दी जिहड़ी ने शाहकारी रचना सन। ठीक है, सुखमनी साहिब दे विच कितनी अष्टपदियां ने? ये याद रखियो 24 अष्टपदियां ने। कितनियां ने जी? 24। श्री गुरु अर्जन देव जी की सब तो लंबी रचना सुखमनी साहिब ही है। ठीक है, इहदे विच शामिल सारे ही गुरुआं ते भगतां ਦੀਆਂ लंबियां रचनावां विचों सुखमनी साहिब ही सब तो लंबी रचना है, जिसदे की रचनाहार कौन ने? श्री गुरु अर्जन देव जी। ये भी चीज़ जिहड़ी अपना याद रखना। ठीक है जी। तो जिहड़ा उन्होंने 52 अखरी की रचना की सी। ठीक है, एक मैं तुहानूं दस्सिया सी कि श्री गुरु अर्जन देव जी के द्वारा 52 अखरी रचना की गई सी। तो वह 52 अखरी का मतलब है जी 52 अखर, यानी कि जिहड़े ने बाणियां देवनागरी के 52 अखरां ते आधारित सी। ठीक है, ये जिहड़ी 52 अखरी है ये देवनागरी के 52 अखरां ते आधारित सी। उस तो बाद जे आपां 12 माह की गल करिए तो मैं तुहानूं दस्सिया सी कि 12 माह रचना भी श्री गुरु अर्जन देव जी के द्वारा है। ठीक है, ये भी उन्होंने एक बहुत ही ज़्यादा प्रसिद्ध रचना है 12 माह माझ, जिसका पाठ जिहड़ा हर संगरांद नूं कीता जांदा है हरेक गुरुद्वारे दे विच। क्वेश्चन आ सकदा कि हरेक गुरुद्वारे दे विच या सिख घरां दे विच किहड़ी बाणी है जिसका जिहड़ा पाठ है वह संगरांद नूं कीता जांदा है, तां ओह कीता जांदा जी 12 माह माझ दा। ठीक है, इस विच भी साल के 12 महीनों दी जिहड़ा वर्णन किया गया है। ठीक है, प्रभु जी ने भी 12 माह की रचना की है। उन्होंने जिहड़ी ये 12 माह है वह तुखारी राग दे विच लिखी सी। ठीक है, उस तो बाद जे आपां गल करिए गुरु अर्जन देव जी की जिन्नी भी समुची बाणी है, ठीक है, उस दे विच सिर्फ और सिर्फ गुरु भगती भावना ज़्यादा जिहड़ी है वह दसी गई है। अर्जन देव जी जिहड़े ने उच्च कोटि के विद्वान के नाल नाल महान कवि भी सन, महान संपादक भी सी। ठीक है, महान शहीद भी कह सकते हो। ठीक है, गुरु अर्जन देव जी उच्च कोटि के विद्वान, महान कवि, महान संपादक और महान शहीद सन, जिन्होंने गुरबाणी दे विच बहुत वड्डा जिहड़ा अपना योगदान है वह पाया सी। ठीक है, उन्होंने सिर्फ सिद्धांतक पक्षों नहीं सगों साहित्यक पक्षों भी जिहड़ी बहुत ज़्यादा जिहड़ा अपना वडमुला हिस्सा है वह सिख धर्म नूं दिता है। उन्हें रचनावां दे विच बिल्कुल सादी ते सरल भाषा जिहड़ी है उस समय दी वरती सी। इस नाल ही देखो जिहड़ी सिख धर्म दे विच कह लो भी आनंद कारज किया जाता है। ठीक है, जदों विआह दे वेले लावां पढ़ियां जांदियां ने तां ओह लावां किहनां दी रचना है? तां ओह रचना भी श्री गुरु अर्जन देव जी की ही रचना है। ठीक है, क्वेश्चन आ सकता है, वेरी वेरी इंपोर्टेंट है। गुरु अर्जन देव जी के दो तीन प्रसिद्ध रचनावां ने जिन्हां विचों पूछा जा सकता है, जिवें कि लावां हो गई, ठीक है, सुखमनी साहिब हो गया, इस तो इलावा 12 माह माझ हो गया तो 52 अखरी हो गया। इन्हां 4-5 रचनावां विचों एक जरूर जिहड़ी है पूछी जा सकती है। तो यह रचना श्री गुरु अर्जन देव जी के द्वारा जिहड़ी है वह रची गई सी। इंपोर्टेंट पॉइंट जिहड़े ने कॉपी ते नोट कर ले होणगे। ठीक है, हुण जिहड़ी नैक्सट वीडियो आएगी देखो उसदे ओह जिहड़ी होएगी MCQ दी। ठीक है, जिस दे विच कि गुरमत काव, श्री गुरु नानक देव जी, श्री गुरु अर्जन देव जी ते श्री गुरु अमरदास जी, इन्हां टॉपिक्स नूं लैके इन्हां चारां टॉपिक्स नूं लैके नैक्सट वीडियो MCQ ते बनाई जाएगी। एक कैंडीडेट दा एक मेरे कोल कमेंट आया सी कल दी वीडियो दे विच पार्ट 1 दे विच जिहड़ा कि उन्हें पुछया सी कि की मैडम जिहड़ा मटीरियल आपां पढ़ रहे हां ये सफिशेंट है? तो देखो पॉइंट ध्यान दो कि आपां नूं जिहड़ा पेपर दा लैवल है आपां नूं 10th क्लास तक दा दित्ता होया है। किन्ना दित्ता होया जी? 10th लैवल दिता होया, लेकिन जिहड़ा मैं तुहानूं करा रही हाँ ये मैं तुहानूं करा रही हाँ जी +2 लैवल तक दा। जिहड़ी थ्योरी क्लासिस ने जिवें कि आपां ने हुण पहले 2 पार्ट करे ने, ये +2 लैवल तक दे मैं करा रही हाँ। ठीक है, तुसीं जिहड़ियां पंजाब स्कूल एजुकेशन बोर्ड्स दियां बुक्स ने वह भी तुसीं चैकआउट कर सकते हो। जिहड़ी MCQ वाली वीडियो होएगी वह जरूर ग्रैजुएशन लैवल तक दे जिहड़े तुहानूं MCQ ने वह जरूर सॉल्व कराए जाणगे। मटीरियल है बिल्कुल सफिशेंट है। कि देखो मेरे वालों पूरी कोशिश यही हुंदी है कि चाहे टॉपिक तुसीं 1 करो चाहे 2 करो, पर उसनूं इस तरीके नाल करो ताकि तुहाडा किसी तरह का भी जिहड़ा कोई भी नंबर है उस टॉपिक दे विचों ना कटे। फिर भी जेकर तुहाडा किसी तरह का कोई डाउट होवे तुसीं कमेंट सैक्शन दे विच पुछ सकदे हो, ते लैके आपां बहुत जल्द हाज़र होवांगे। ये पूरा PDF जिहड़ा मैं तुहानूं टैलीग्राम ग्रुप दे विच अवेलेबल करा देवांगी। इस दे नाल ही जेकर तुसीं चैनल नूं सबसक्राइब नहीं कीता तां जरूर तो सबसक्राइब करो, नाल दी नाल बैल आइकन प्रैस कर लो ताकि आने वाली वीडियोज़ दे नोटिफिकेशन जिहड़े ने तुहानूं मिलदे रहन। ठीक है जी, तां
ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜੇ ਕਿ ETT 99 ਦੀ ਤਿਆਰੀ ਕਰ ਰਹੇ ਹਨ। ਠੀਕ ਹੈ, ਇਸ ਡੇਟ ਕੀ ਕਰਦੇ ਨੇ, ਸਿਰਫ ਔਰ ਸਿਰਫ PDF ਰੀਡ ਕਰ ਲੈਂਦੇ ਨੇ। ਤਾਂ ਮੇਰੇ ਅਕੋਰਡਿੰਗ ਤੁਹਾਨੂੰ ਜਿਹੜੇ ਨੇ ਨੋਟਸ ਵੀ ਨਾਲ ਬਣਾਉਣੇ ਚਾਹੀਦੇ ਨੇ। ਹੁਣ ਮੈਂ ਦੇਖੋ ਮੇਨ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੱਸਦੀ ਹਾਂ, ਨਾਲ ਨੋਟਸ ਬਣਾਉਂਦੇ ਰਹੋ ਤਾਂ ਕਿ ਐਟ ਦੀ ਐਂਡ ਜਿਹੜਾ ਤੁਹਾਨੂੰ ਰਿਵੀਜ਼ਨ ਕਰੋਗੇ ਤੁਸੀਂ ਉਸ ਟਾਈਮ ਤੁਹਾਨੂੰ ਐਡੀ ਵੱਡੇ PDF ਦੇਖਣ ਦੀ ਲੋੜ ਨਾ ਪਵੇ। ਤੁਸੀਂ ਸਿਰਫ ਆਪਣਾ ਬੇਸਿਕ ਜਿਹੜੇ ਨੇ ਨੋਟਸ ਰੀਡ ਕਰਨਾ, ਤੁਹਾਨੂੰ ਬਹੁਤ ਜ਼ਿਆਦਾ ਹੈਲਪ ਹੋਏਗੀ। ਹਾਲੇ ਸਮੇਂ ਦੇ ਵਿੱਚ ਜਿੰਨੇ ਵੀ ਟੌਪਿਕਸ ਨੇ ਪੇਪਰ A ਨੂੰ ਲੈ ਕੇ ਆਪਾਂ ਜ਼ਰੂਰ ਕਵਰ ਕਰਾਂਗੇ। ਪਹਿਲੀਆਂ 2 ਵੀਡੀਓਜ਼ ਆਪਣੀਆਂ ਹੋ ਚੁੱਕੀਆਂ ਨੇ, ਪਲੇਲਿਸਟ ਅਲੱਗ ਤੋਂ ਬਣਾ ਦਿੱਤੀ ਗਈ ਹੈ। ਜੇਕਰ ਤੁਸੀਂ ਪੰਜਾਬੀ ਗ੍ਰਾਮਰ ਕਰਨਾ ਚਾਹੁੰਦੇ ਹੋ ਤਾਂ ETT 99 ਦੇ ਲਈ ਆਲਰੇਡੀ ਪੰਜਾਬੀ ਗ੍ਰਾਮਰ ਕਵਰ ਕਰਾ ਦਿੱਤੀ ਗਈ ਹੈ। ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਜਿਸ ਦਾ ਨਾਮ ਹੈ ETT 99 ਵਿਆਕਰਨ। ਠੀਕ ਹੈ, ਉੱਥੇ ਜਾ ਕੇ ਤੁਸੀਂ ਵਿਆਕਰਨ ਜਿਹੜੀ ਆਪਣੀ ਕਵਰ ਕਰ ਸਕਦੇ ਹੋ। ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ। ਬਹੁਤ ਜਲਦ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ MCQ ਦੀ ਲੈ ਕੇ। ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਠੀਕ ਹੈ ਜੀ, ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।